ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ਹੀਦ ਜਵਾਨ ਜੋਬਨਪ੍ਰੀਤ ਸਿੰਘ ਦੀ, ਕਿਉਂਕਿ ਸ਼ਹੀਦ ਜਵਾਨ ਜੋਬਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਗਈ ਹੈ। ਪਿੰਡ 'ਚ ਕਾਫੀ ਜ਼ਿਆਦਾ ਗਮਗੀਨ ਮਾਹੌਲ ਹੈ। ਥੋੜੀ ਦੇਰ 'ਚ ਜੋਬਨਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਦੱਸ ਕੇ ਜੋਬਨਪ੍ਰੀਤ ਅਮਰ ਰਹੇ, ਨਾਲ ਗੋਬਿੰਦ ਵੈਲੀ ਗੂੰਜ ਉੱਠੀ ਤੇ ਇਲਾਕੇ 'ਚ ਬੇਹੱਦ ਗਮਗੀਨ ਮਾਹੌਲ ਹੈ। ਡੋਡਾ ਸ਼ਹੀਦ ਹੋਇਆ ਹੈ 23 ਸਾਲਾ ਜਵਾਨ ਜੋਬਨਪ੍ਰੀਤ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਨਾਲ ਗਮਗੀਨ ਇਹ ਪੂਰਾ ਮਾਹੌਲ ਹੈ। ਅਗਲੇ ਮਹੀਨੇ ਜੋਬਨਪ੍ਰੀਤ ਦਾ ਵਿਆਹ ਹੋਣਾ ਸੀ। ਦੱਸ ਕੇ ਡੂੰਗੀ ਖੱਡ 'ਚ ਫੌਜ ਦੀ ਗੱਡੀ ਡਿੱਗੀ ਸੀ ਤੇ ਇਸ ਦੌਰਾਨ ਹੀ ਜੋਬਨਪ੍ਰੀਤ ਸਿੰਘ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ ਤੇ ਸ਼ਹੀਦ ਜਵਾਨ ਜੋਬਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਜੋ ਹੈ ਉਹ ਪਿੰਡ ਲਿਆਂਦੀ ਗਈ ਹੈ। ਮੇਰੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਫੋਨ ਲਾਈਨ ਤੇ ਜੁੜੇ ਨੇ। ਮਨਪ੍ਰੀਤ, ਬੇਹੱਦ ਹੀ ਗਮਗੀਨ ਮਾਹੌਲ, ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ। ਕਿਸ ਤਰੀਕੇ ਦੇ ਮਾਹੌਲ ਨੇ, ਕਿਸ ਤਰੀਕੇ ਦੀਆਂ ਗਮਗੀਨ ਤਸਵੀਰਾਂ ਇੱਥੇ? ਬਿਲਕੁਲ ਸਰਬਜੋਤ, ਦੇਖੋ ਇਹ ਘਾਟਾ ਕਦੇ ਵੀ ਨਾ ਤਾਂ ਦੇਸ਼ ਦੇ ਲਈ ਪੂਰਾ ਹੋ ਸਕੇਗਾ, ਨਾ ਹੀ ਕਿਉਂਕਿ ਭਾਰਤੀ ਫੌਜ ਦੇ ਵਿੱਚ ਜਦੋਂ ਵੀ ਕੋਈ ਸੈਨਿਕ ਜਾਂਦਾ ਹੈ ਤਾਂ ਉਸ ਦੇ ਉੱਤੇ ਜਿਹੜੀਆਂ ਉਹਦੀ ਟ੍ਰੇਨਿੰਗ ਕੀਤੀ ਜਾਂਦੀ ਹੈ, ਉਸ ਨੂੰ ਦੇਸ਼ ਭਗਤੀ ਬਾਬਤ ਜੋ ਉਹਨੂੰ ਉਹਦੀ ਇੱਕ ਟ੍ਰੇਨਿੰਗ ਕੀਤੀ ਜਾਂਦੀ ਹੈ, ਉਹ ਘਾਟਾ ਕਦੇ ਨਹੀਂ ਪੂਰਾ ਹੋਵੇਗਾ। ਜਦੋਂ ਵੀ ਕੋਈ ਜਵਾਨ ਸ਼ਹੀਦ ਹੁੰਦਾ ਹੈ ਤਾਂ ਦੇਸ਼ ਦਾ ਘਾਟਾ ਤਾਂ ਹੁੰਦਾ ਹੀ ਹੁੰਦਾ, ਨਾਲ ਦੀ ਨਾਲ ਪਰਿਵਾਰਿਕ ਘਾਟਾ ਜੋ ਹੁੰਦਾ ਉਹ ਵੀ ਕਦੀ ਪੂਰਾ ਨਹੀਂ ਹੋ ਸਕਦਾ। ਸੋ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਆਖਰੀ ਸਫ਼ਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਪਾਰਥਿਵ ਦੇਹ ਜਿਹੜੀ ਜੋਬਨਪ੍ਰੀਤ ਦੀ ਉਹਦੇ ਘਰੇ ਆਈ ਹੈ, ਜੋਬਨਜੀਤ ਦੀ, ਤਾਂ ਉਸ ਤੋਂ ਬਾਅਦ ਜਿਹੜਾ ਮਾਹੌਲ ਸੀਗਾ ਬੜਾ ਗਮਗੀਨ ਸੀਗਾ। ਇੱਕ ਪਾਸੇ ਦੋ ਤਸਵੀਰਾਂ ਬੜੀਆਂ ਦੇਖਣ ਵਾਲੀਆਂ ਨਜ਼ਰ ਆਈਆਂ ਨੇ। ਇੱਕ ਪਾਸੇ ਉਸਦੇ ਪਿਤਾ ਜੋ ਖੁਦ ਇੱਕ ਸਾਬਕਾ ਫੌਜੀ ਨੇ, ਉਹਨਾਂ ਵੱਲੋਂ ਆਪਣੀ ਜਿਹੜੀ ਡਿਊਟੀ ਦੌਰਾਨ ਵਰਦੀ ਪਾਈ ਜਾਂਦੀ ਹੈ ਉਹ ਪਾ ਕੇ ਤਸੱਲੀ ਦਿੰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਦਿੱਤੇ। ਦੂਸਰੇ ਪਾਸੇ ਜਦੋਂ ਜੋਬਨਜੀਤ ਦੀ ਜਿਹੜਾ ਪਾਰਥਿਵ ਦੇਹ ਘਰ ਆਉਂਦੀ ਹੈ ਤਾਂ ਉਹ ਭਾਵੁਕ ਹੋਏ ਉਸਦੀ ਮਾਤਾ ਦੀ ਅੱਖਾਂ ਦੇ ਹੰਝੂ ਸਾਫ਼ ਤੌਰ ਦੇ ਉੱਤੇ ਦਰਦ ਉਹਨਾਂ ਦਾ ਉਹ ਮਹਿਸੂਸ ਕੀਤਾ ਜਾ ਰਿਹਾ ਸੀਗਾ ਜੋ ਇੱਕ ਜਵਾਨ ਪੁੱਤ ਨੂੰ ਖੋਣ ਦਾ ਹੁੰਦਾ ਹੈ। ਸੋ ਵੱਡੇ ਪੱਧਰ ਉੱਤੇ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਦੌਰਾਨ ਹੁਣ ਜਿਹੜਾ ਇਹ ਪਾਰਥਿਵ ਦੇਹ ਆ ਉਹਨੂੰ ਉਹਦੇ ਅੰਤਿਮ ਸੰਸਕਾਰ ਦੇ ਲਈ ਜੋ ਉਸਦੇ ਘਰ ਜੋ ਗੋਬਿੰਦ ਵੈਲੀ ਦੇ ਵਿੱਚ ਇਸ ਵਕਤ ਮੌਜੂਦ ਆ, ਸ਼ਹਿਰ ਦੇ ਵਿੱਚ ਮੌਜੂਦ ਆ, ਉਸ ਤੋਂ ਜਿਹੜਾ ਸੰਸਕਾਰ ਜਿੱਥੇ ਕੀਤਾ ਜਾਣਾ ਉਸ ਜਗ੍ਹਾ ਉੱਤੇ ਲਿਜਾਇਆ ਜਾਵੇਗਾ। ਲੇਕਿਨ ਇਸ ਦੇ ਨਾਲ ਹੀ ਭਾਰਤ ਮਾਤਾ ਦੀ ਜੈ ਦੇ ਨਾਰੇ ਅਤੇ ਜਿਹੜਾ ਸ਼ਹੀਦ ਜਵਾਨ ਆ ਉਹ ਅਮਰ ਰਹੇ ਦੇ ਨਾਰੇ ਦੇ ਨਾਲ ਗੂੰਜਦਾ ਹੋਇਆ ਸਾਰਾ ਮਾਹੌਲ ਦਿਖਾਈ ਦਿੱਤਾ। ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਸਾਨੂੰ ਮਾਣ ਵੀ ਹੈਗਾ ਇਹ, ਕਿਉਂਕਿ ਸਾਡੇ ਇਲਾਕੇ ਦਾ ਨੌਜਵਾਨ ਸੀ ਜੋ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਦੇ ਰਿਹਾ ਸੀ। ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਸ਼ੁਰੂ ਤੋਂ ਹੀ ਜਿਹੜਾ ਭਾਰਤੀ ਫੌਜ ਦੇ ਨਾਲ ਜੁੜਿਆ ਹੋਇਆ ਹੈਗਾ ਇਹ, ਤੇ ਇਸ ਵਕਤ ਜੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਹੁਣ ਥੋੜੇ ਸਮੇਂ ਦੌਰਾਨ ਹੀ ਜਿਹੜੀ ਆਖਰੀ ਯਾਤਰਾ ਉਹ ਸ਼ੁਰੂ ਹੋ ਜਾਵੇਗੀ ਤੇ ਤੁਸੀਂ ਕਹਿ ਸਕਦੇ ਕਰੀਬ 3 ਵਜੇ ਦੇ ਕਰੀਬ ਜਿਹੜੀ ਅੰਤਿਮ ਰਸਮਾਂ, ਅੰਤਿਮ ਸੰਸਕਾਰ ਇਸ ਸ਼ਹੀਦ ਫੌਜੀ ਦਾ ਕਰ ਦਿੱਤਾ ਜਾਵੇਗਾ। ਮਨਪ੍ਰੀਤ, ਪਰਿਵਾਰਕ ਮੈਂਬਰ ਕੌਣ ਨੇ? ਹਾਲਾਂਕਿ ਪਿਤਾ ਅਸੀਂ ਦੇਖ ਪਾ ਰਹੇ ਹਾਂ ਸਾਬਕਾ ਫੌਜੀ ਨੇ, ਉਹਨਾਂ ਦੇ ਵੱਲੋਂ ਵਰਦੀ ਪਾਈ ਗਈ ਹੈ ਜਿਸ ਤਰ੍ਹਾਂ ਤੁਸੀਂ ਵੀ ਸਾਨੂੰ ਦੱਸਿਆ, ਤੇ ਅਗਲੇ ਮਹੀਨੇ ਹੀ ਜੋਬਨਪ੍ਰੀਤ ਦਾ ਵਿਆਹ ਵੀ ਹੋਣਾ ਸੀ, ਤੇ ਹੋਰ ਕੋਈ ਭੈਣ ਭਰਾ ਜੋਬਨਪ੍ਰੀਤ ਦਾ? ਸਰਬਜੋਤ, ਬਿਲਕੁਲ ਸਭ ਤੋਂ ਬੜੀ ਤਰਾਸਦੀ ਇਹੀ ਹੈ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਇੱਕ ਬੱਚਾ ਹੋਰ ਹੁੰਦਾ ਹੈ ਤਾਂ ਜਿਹੜੇ ਮਾਂ-ਬਾਪ ਆ ਉਹਨਾਂ ਨੂੰ ਕਿਤੇ ਨਾ ਕਿਤੇ ਤਸੱਲੀ ਜ਼ਰੂਰ ਹੁੰਦੀ ਹੈ। ਚਲੋ ਦੂਸਰੇ ਪਾਸੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਜੇ ਇੱਕ ਬੱਚਾ ਦੇਸ਼ ਦੀ ਸੇਵਾ ਕਰਦਾ ਹੋਇਆ ਸ਼ਹਾਦਤ ਨੂੰ ਤੁਸੀਂ ਕਹਿ ਸਕਦੇ ਅਪਣਾ ਲੈਂਦਾ ਹੈ ਤਾਂ ਦੂਸਰੇ ਪਾਸੇ ਕੋਈ ਨਾ ਕੋਈ ਉਹਨਾਂ ਨੂੰ ਸਾਂਭਣ ਵਾਲਾ ਹੁੰਦਾ ਹੈ। ਹੁਣ ਪਰਿਵਾਰ ਦੇ ਵਿੱਚ ਜੋਬਨਪ੍ਰੀਤ ਇੱਕ ਇਕਲੌਤਾ ਬੇਟਾ ਸੀਗਾ ਤੇ ਉਹਦੇ ਤੁਸੀਂ ਕਹਿ ਸਕਦੇ ਵੀ ਉਸਦਾ ਵਿਆਹ ਹੈ ਜਿਹੜਾ ਉਹਦੇ ਸਾਰੀ ਜਿਹੜੀ ਸ਼ਾਪਿੰਗਸ ਹੈਗੀਆਂ ਜਾਂ ਜਿਹੜੇ ਉਹਦੇ ਖਰੀਦੋ ਫਰੋਖਤ ਆ ਉਹ ਪੂਰੀ ਕਰ ਲਿੱਤੀ ਗਈ ਸੀ। ਕਿਉਂਕਿ ਪਰਿਵਾਰ ਦੇ ਵਿੱਚ ਜਿਹੜੇ ਉਹਦੇ ਮਾਤਾ ਜੀ ਆ ਉਹ ਬੜੇ ਤੁਸੀਂ ਕਹਿ ਸਕਦੇ ਮਾਂ ਦੇ ਉੱਤੇ ਕੀ ਬੀਤਦੀ ਆ ਅਸੀਂ ਸਾਰੇ ਜਾਣਦੇ। ਜਦੋਂ ਇੱਕ ਇਕਲੌਤਾ ਪੁੱਤ, ਇੱਕ ਜਵਾਨ ਪੁੱਤ ਜਿਸ ਦੀ ਸ਼ਾਦੀ ਰੱਖੀ ਹੋਵੇ, ਮਾਂ ਨੇ ਬੜੇ ਆਸਾਂ ਉਮੀਦਾਂ ਦੇ ਨਾਲ ਬੜੇ ਸੁਪਨੇ ਸਜੋਏ ਹੁੰਦੇ ਉਹਦੀ ਅੱਖਾਂ ਦੇ ਵਿੱਚ, ਕਿਉਂਕਿ ਕੁਝ ਦਿਨ ਹੀ ਰਹਿ ਗਏ ਸਨ। 1 ਮਾਰਚ ਦਾ ਵਿਆਹ ਦੱਸਿਆ ਜਾ ਰਿਹਾ ਸੀਗਾ ਕਿ 1 ਮਾਰਚ ਨੂੰ ਉਸਦਾ ਵਿਆਹ ਤੈਅ ਕੀਤਾ ਗਿਆ ਸੀਗਾ, ਯਾਨੀ ਕਿ 28 ਫਰਵਰੀ ਤੋਂ ਜਿਹੜੇ ਘਰ ਦੇ ਵਿੱਚ ਫੰਕਸ਼ਨ ਸ਼ੁਰੂ ਹੋ ਜਾਣੇ ਸਨ। ਘਰ ਦੇ ਵਿੱਚ ਇੱਕ ਅਜਿਹਾ ਕਮਰਾ ਵੀ ਰੱਖ ਦਿੱਤਾ ਗਿਆ ਸੀ ਸੈਪਰੇਟ, ਜਿਸ ਦੇ ਵਿੱਚ ਸਾਰਾ ਵਿਆਹ ਦਾ ਸਮਾਨ ਰੱਖਿਆ ਹੋਇਆ ਸੀਗਾ। ਸੋ ਉਸ ਸਮੇਂ ਦੇ ਉੱਤੇ ਅਜਿਹੀ ਘਟਨਾ ਹੋਣੀ ਤੁਸੀਂ ਆਪ ਸੋਚ ਸਕਦੇ ਕਿ ਕਿਸ ਤਰ੍ਹਾਂ ਝੰਜੋੜ ਦਿੰਦੀ ਆ ਬੰਦੇ ਨੂੰ, ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਉਹਦਾ ਜਿਹੜਾ ਇੱਕ ਸੁਪਨੇ ਲਿੱਤੇ ਹੁੰਦੇ ਆ ਉਹ ਸਾਰੇ ਟੁੱਟ ਜਾਂਦੇ ਹੋਏ ਸਾਫ਼ ਤੌਰ ਤੇ ਦਿਖਾਈ ਦਿੰਦੇ, ਤੇ ਭਾਵੁਕ ਸਾਫ਼ ਤੌਰ ਦੇ ਉੱਤੇ ਲੋਕ ਹੁੰਦੇ ਹੋਏ ਉਸ ਚੀਜ਼ ਨੂੰ ਦੇਖਦੇ ਹੋਏ ਵੀ ਹੁੰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ। ਮਨਪ੍ਰੀਤ, ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਦੁਖਤਾ ਪ੍ਰਗਟਾਵਾ ਕੀਤਾ ਗਿਆ, ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਹਰ ਇੱਕ ਸੰਭਵ ਮਦਦ ਪਰਿਵਾਰਕ ਮੈਂਬਰਾਂ ਨੂੰ ਪਹੁੰਚਾਈ ਜਾਏਗੀ। ਕਿਹੜੇ ਸਿਆਸੀ ਆਗੂ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਨੇ? ਦੇਖੋ, ਸਿਆਸੀ ਅਤੇ ਧਾਰਮਿਕ ਜਿਹੜੇ ਤੁਸੀਂ ਕਹਿ ਸਕਦੇ ਸ਼ਖਸੀਅਤਾਂ ਨੇ ਉਹ ਲਗਾਤਾਰ ਆ ਕੇ ਜਾ ਕੇ ਘਰ ਦੇ ਵਿੱਚ ਜਿਹੜੇ ਪਰਿਵਾਰ ਉਹਦੇ ਨਾਲ ਮਿਲਦੇ ਰਹੇ ਨੇ। ਡਾਕਟਰ ਦਲਜੀਤ ਚੀਮਾ ਮਿਲ ਕੇ ਗਏ ਨੇ, ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਆ। ਸੋ ਲਗਾਤਾਰ ਜਿਹੜੇ ਸਥਾਨਕ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਵੱਲੋਂ ਪਰਿਵਾਰ ਦੇ ਨਾਲ ਰਾਬਤਾ ਕੀਤਾ ਗਿਆ। ਦੂਸਰੇ ਪਾਸੇ ਸਭਜੋਤ ਇੱਕ ਗੱਲ ਬੜੀ ਅਹਿਮ ਆ, ਪਰਿਵਾਰ ਦੇ ਨਾਲ ਜਿਹੜੀ ਤੁਸੀਂ ਕਹਿ ਸਕਦੇ ਕਿ ਸਹਾਨੂਭੂਤੀ ਸਾਰਿਆਂ ਨੂੰ ਹੈਗੀ ਹੈ, ਕਿਉਂਕਿ ਇੱਕ ਨੌਜਵਾਨ
ਇੱਕ ਭਾਰਤੀ ਫੌਜ ਦਾ ਉਹ ਜਵਾਨ ਸ਼ਹੀਦ ਹੋਇਆ ਜੋ ਬਹੁਤ ਘੱਟ ਉਮਰ ਦਾ ਸੀਗਾ। ਦੂਸਰੇ ਪਾਸੇ ਸ਼ਾਦੀ ਵੀ ਰੱਖੀ ਗਈ ਸੀਗੀ, ਉਹਦੀ ਬਹੁਤ ਨੇੜੇ ਸੀਗੀ। ਸੋ ਭਾਵੁਕ ਤੌਰ ਦੇ ਉੱਤੇ ਇਹ ਬਹੁਤ ਵੱਡਾ ਘਾਟਾ ਹੈ ਜੋ ਕਦੇ ਨਾ ਪੂਰਾ ਹੋਣ ਵਾਲਾ, ਭਾਵੇਂ ਕਿ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ, ਲੇਕਿਨ ਸੰਭਵ ਮਦਦ ਅਸੀਂ ਆਰਥਿਕ ਤੌਰ ਦੇ ਉੱਤੇ ਜ਼ਰੂਰ ਕਰ ਸਕਦੇ ਹਾਂ, ਲੇਕਿਨ ਜਿਹੜੀ ਤੁਸੀਂ ਕਹਿ ਸਕਦੇ ਇਮੋਸ਼ਨਲ ਜਿਹੜੀ ਬਾਉਂਡਿੰਗ ਹੁੰਦੀ ਹੈ ਜੋ ਬੱਚੇ ਦੇ ਨਾਲ ਇੱਕ ਮਾਂ ਬਾਪ ਦੀ ਹੁੰਦੀ ਹੈ, ਉਹਦਾ ਘਾਟਾ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। जी चलो बहुत बहुत शुक्रिया मनप्रीत, सानू पूरी जानकारी देने ते। शहीद जवान जोबनजीत दी मृतक दे पिंड लियाई गई है, थोड़ी देर च अंतिम संस्कार किया जाएगा। जोबनजीत अमर रहे नाल ये जो गोबिंद वैली है वो गूंज उठे। तस्वीरां बेहद ही भावुक कर देने वाली, दिल नूं झंझोड़ देने वाली, परिवारक जनिया दा रो रो के बुरा हाल है। जोबनजीत दी जो माता ने साफ तौर पर तस्वीरां च देखे जा सकते हैं, पोपा मार के अपने पुत नूं उन्हां दे वल्लों याद किया जा रहा है। पर दूसरे पासे जोबनजीत दे पिता जो कि साबका फौजी रहे ने इंडियन आर्म फोर्सिस च आर्मी च, उन्हां दे वल्लों अपनी वर्दी पाई गई है तो कितना किते इस तरीके नाल अपने पुत नूं असीं कह सकते कि सम्मान उन्हां दे वल्लों दिता गया है। डोडा शहीद होया है 23 साला जवान जोबनजीत। अगले महीने इसका विआह होना से, जिसके मेरे सहयोग दे वल्लों जिक्र किया गया मनप्रीत दे वल्लों कि 1 मार्च नूं जोबनजीत सिंह जो कि महज 23 साल दा सी उसका विआह होना सी। विआह नूं लैके परिवारक मैंबरां च एक काफ़ी वड्डा उत्साह सी। इकल्ला पुत सी ते चावां माँ प्यो नूं जरूर हुंदे ने विआह दे, खास करके ते उस नूं लैके तैयारियां मुकम्मल कर लिया गई सी, पर कुदरत नूं कुछ होर ही मंजूर सी। ते कुछ ही देर च अंतिम यात्रा शुरू होएगी। परिवारक जनिया दा रो रो के बुरा हाल है। शहादत जोबनजीत सिंह दे वल्लों प्राप्त जो की गई। सरकारी सन्मानां नाल जवान मोहित दा अंतिम संस्कार होया। दस के अंतिम यात्रा च नौजवानों का सैलाब उमड़ उठा। अमर रहे दे नारिया दे नाल शहीदी यात्रा गूंज उठी। परिवार ने शहादत दे मान फकर महसूस किया। तिरंगे च लिपटी शहीद मोहित चौहान दी मृतक दे इत्थे पहुंची ते किस तरीके नाल गमगीन ये पूरा माहौल है। अंतिम यात्रा च नौजवानों का सैलाब उमड़िया होया विखा दिता ते पूरी फौजी सन्मानां नाल, सरकारी सन्मानां नाल मोहित दा अंतिम संस्कार किया गया। परिवार ने शहादत दे मान महसूस किया। तस्वीरां कुछ दिन पहला दियां, क्योंकि झज्जर हरियाणा का रहने वाला मोहित जिसनों की शहादत प्राप्त हुई है, क्योंकि किस तरीके नाल 200 फुट डूंगी खड्ड फौजी जवानों की गड्डी डिग गई सी ते इस हादसे 4 फौजी मारे गए ने। गड्डी विच कुल 17 फौजी सवार सन ते फौज ते पुलिस के वलों सांझा ऑपरेशन शुरू किया गया, पर इन्हां जवानों नूं शहादत प्राप्त हुई है। तस्वीरां किस तरीके नाल जो मृतक दे सी डेड बॉडी जद्दी पिंड उत्थे पहुंची तो पूरे सरकारी सम्मानां नाल मोहित दा अंतिम संस्कार किया गया। तो तस्वीरां गमगीन किस तरीके नाल सरकारी सन्मानां नाल अंतिम विदाई दी गई। तिरंगे झंडे हत्थां च फड़े हुए नौजवानों के साफ तौर पर देखे जा सकते हैं। परिवार ने शहादत ते मान इस दौरान महसूस किया। तिरंगे च लिपटी शहीद मोहित चौहान की मृतक दे जद्दी पिंड पहुंची। झज्जर हरियाणा के रहने वाले सन मोहित 25 साल। किस तरीके नाल सैलाब उमड़िया होया स्थानक वासियों का इन्हां तस्वीरां साफ तौर पर देखा जा सकता है। पूरे फौजी सन्मानां नाल मोहित नूं अंतिम विदाई दी गई, क्योंकि देश के लिए उन्होंने शहादत का जाम पीता। लड़का ने बताया एक्सपायर हो गया। वैसे और हमने इससे पहले ना बेरा था। कब छुट्टी आया था? छुट्टी 11 नवंबर में, 10 दिसंबर 9 दिसंबर में गया है। भर्ती कब हुआ था? भर्ती 5 साल हो गए। 5 साल। और शादी पिछली 27 नवंबर की थी। वो मना गया था, हमने एनिवर्सरी मना गया था। मदद करो, ये छोरा का जो सपना था कि भाई छोटे भाई ने कामयाब कर दियो, तो उस हिसाब से सरकार से गुहार है कभी कम से कम उसके सपने को सरकार पूरा करे। छोटा भाई है तो उसको बेचारे को कोई रोजगार, कोई इसी हिसाब से धंधे जरिए जो अपना गुजारा कर सके। ठीक गरीब गुजारा है जी, जमीन वमीन तो है नहीं ऐसी, बेचारा सिलाई कढ़ाई करके अपना गुजारा कर रहे थे। बच्चे पढ़ाए हैं और हम तो ये कहा जी सरकार से, प्रशासन से वही मदद करो। कहीं ऑपरेशन में भी जाते थे, मतलब दिलेर होके हमेशा मतलब आगे खड़ता था वो, मैं काफी अच्छा था। तो वहाँ भी आप भी आर्मी में हो? जी मेरे साथ ही है, एक ही यूनिट के हम। जी कौन सी यूनिट है आपकी? हमारी 72 आर्मड है। अच्छा जी। तो अब थोड़ा दूर का फासला कैसे हुआ इस दौरान? मैं तो छुट्टी आया था, अभी 20 दिन हो गए मेरे को आए हुए, तो उससे पहले हम मिले, इकट्ठे थे हम। तो
ऐसे ही था। मैं उसको बोला भी मैं चल मेरे साथ छुट्टी, तो बोलता नहीं मेरी प्लानिंग में फरवरी में जाऊंगा। तो अभी छोड़ना था, भाई ने छोड़ गया। पर एक ये है कि चलो एक दुख की खबर भी है, पर एक शहीद पा गया। ये बहुत गर्व की बात है, माँ बाप के लिए भी और हमारे लिए भी, और पूरे गांव वालों के लिए, पूरे देश के लिए भी। उसको बातचीत होती तो घर परिवार के बारे में? नहीं, मेरी 19 तारीख को ही थी बात, तो वही यारों दोस्तों में यही हंसी मजाक की बात है। और